ਉੱਥੇ ਹੀ ਉਹਨਾਂ ਦੇ ਘਰ ਹੀ ਰਾਤ ਨੂੰ ਕੋਈ ਗੋਲੀ ਮਾਰ ਗਿਆ ਉਹਨੂੰ। ਅੱਛਾ। ਤੇ ਉਹਨਾਂ ਨੇ ਇਲਜ਼ਾਮ ਮੇਰੀ ਬੇਟੀ ਤੇ ਲਾਤਾ। ਕੰਨ ਵੀ ਕੱਟਿਆ, ਮੇਰੀ ਬੇਟੀ ਦਾ ਕੋਈ ਹਾਲ ਨਹੀਂ। ਕੰਨ ਵੀ ਕੱਟਤਾ, ਕੰਨ ਵੀ ਕੱਟਿਆ, ਜ਼ਬਾਨ ਵੀ ਕੱਟੀ, ਲੱਤਾਂ ਸਾਰੀਆਂ ਨੇ। 7 ਗੋਲੀਆਂ ਮਾਰੀਆਂ ਤੇ ਸਿਰ ਤੇ ਛਾਤੀ 'ਚ, ਬੱਬੂ 'ਚ 2 ਸਿਰ 'ਚ। ਮੇਰੀ ਬੇਟੀ ਦਾ ਕੋਈ ਹਾਲ ਨਹੀਂ। ਤੁਹਾਨੂੰ ਦੱਸਿਆ, ਮੈਂ ਵੇਖਿਆ ਨਹੀਂ ਸੀ ਜਾਂਦਾ। ਮਾਰ ਮਾਰ ਚਪੇੜਾ ਮੇਰੀ ਧੀ ਦਾ ਮੂੰਹ ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ਕਲ ਮਤਲਬ ਬਦਲ ਦਿੱਤੀ ਸੀ ਉਹਦੇ। ਪਰ ਉਹ ਵਕਤ ਮੇਰੇ ਤੇ ਆ ਗਿਆ, ਅੱਜ ਮੇਰੇ ਤੇ ਆ ਗਿਆ। ਤੇ ਮਰੀਮ ਨਵਾਜ਼ ਸਾਹਿਬਾ ਕਰੋ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ मिलना चाहिए। अस्सलाम वालेकुम, डेली प्रवास से मैं हूं आपका मेजबान राना मुबीन। नाज़रीन, सायरा, इसकी उम्र तकरीबन 29 साल है। 4 बच्चों की वो माँ है और उसका देवर जो है उसके साथ ज्यादती करता है, उसको अगवा करता है। अगवा का मामला किस तरह पेश आता है? सायरा का खावन जो है कत्ल होता है और इल्जाम जो है वो सायरा के ऊपर लगाया जाता है। सायरा 5 माह जेल में रहने के बाद हाई कोर्ट उसकी बेल मंजूर होती है और वो बड़ी हो जाती है, अपनी पेशी के ऊपर आती है। और इसका देवर उसको बच्चों की लालच देने के बाद उसके साथ मुबैना तौर पर ज्यादती करता है। ये इनका कहना है। इन्हीं की जुबानी जानते हैं कि मामला क्या बना, क्या वजूहात है, इन्हीं से जानते हैं। सायरा की अम्मी हमारे साथ मौजूद है। अस्सलाम वालेकुम माँ जी, सायरा की उम्र कितनी सी? 29 साल। 29 साल। 29 साल। बच्चे कितने सन सायरा दे? 4 ਬੱਚੇ ਸਨ। ਸਾਇਰਾ ਦਾ ਖਾਮਦ ਕਿਸ ਤਰ੍ਹਾਂ ਕਤਲ ਹੋਇਆ? ਤੇ ਉੱਥੇ ਹੀ ਉਹਨਾਂ ਦੇ ਘਰ ਹੀ ਰਾਤ ਨੂੰ ਕੋਈ ਗੋਲੀ ਮਾਰ ਗਿਆ ਉਹਨੂੰ। ਅੱਛਾ। ਤੇ ਉਹਨਾਂ ਨੇ ਇਲਜ਼ਾਮ ਮੇਰੀ ਬੇਟੀ ਤੇ ਲਾਤਾ। ਠੀਕ ਹੈ। ਉਹਨੂੰ ਉਹਨਾਂ ਨੇ ਫੜਾਤਾ। 5 ਮਹੀਨਿਆਂ ਬਾਅਦ ਮੇਰੀ ਬੇਟੀ ਦੀ ਜ਼ਮਾਨਤ ਹੋ ਗਈ। ਠੀਕ ਹੈ। ਹਾਈ ਕੋਰਟੋਂ। ਉਸ ਤੋਂ ਬਾਅਦ ਉਹਨਾਂ ਨੇ ਉਹ ਮੇਰੀ 25 ਤਰੀਕ ਤੇ ਆਈ ਸੀ, 4 ਤਰੀਕ ਨੂੰ। ਠੀਕ ਹੈ। ਉੱਥੇ ਉਹਨੂੰ ਮਿਲਿਆ, ਉੱਥੋਂ ਹੀ ਉਹਨੂੰ ਆਂਦਾ ਤੈਨੂੰ ਤੇਰੇ ਬੱਚੇ ਮਿਲਾਣਾ। ਇਹ ਕੀ ਨਾਂ ਕੀ ਹੈ ਦੇਵਰ ਦਾ? ਅਸਲਾਨ। ਅਰਸਲਾਨ। ਹਾਂਜੀ। ਤੇ ਬੱਚਿਆਂ ਦਾ ਲਾਲਚ ਦੇ ਕੇ ਮੇਰੀ ਬੱਚਿਆਂ ਦੇ ਲਾਲਚ ਚਲੀ ਗਈ। ਤੈਨੂੰ 25 ਮੇਰੀ ਧੱਕੇ ਖਾਦੀ ਨੇ ਬੱਚਿਆਂ ਦੇ ਲਾਲਚ ਦੇ। ਬੱਚਿਆਂ ਦਾ ਲਾਲਚ ਦੇ ਕੇ ਮੇਰੀ ਬੱਚੀ ਨੂੰ ਲੈ ਗਿਆ, ਜਾ ਕੇ ਮੇਰੀ ਬੱਚੀ ਦਾ ਹਾਲ ਕੀਤਾ। ਤੁਸੀਂ ਵੀ ਨਹੀਂ ਵੇਖ ਸਕਦੇ, ਮੈਂ ਮਾਂ ਹੋਈ। ਅੱਜ ਬਾਣ ਵੀ ਮੇਰੀ ਧੀ ਨੇ ਕੱਟੀ, ਕੰਨ ਵੀ ਕੱਟਿਆ, ਮੇਰੀ ਬੱਚੀ ਦਾ ਕੋਈ ਹਾਲ ਨਹੀਂ। ਕੰਨ ਵੀ ਕੱਟਤਾ, ਕੰਨ ਵੀ ਕੱਟਿਆ, ਜ਼ਬਾਨ ਵੀ ਕੱਟੀ, ਲੱਤਾਂ ਸਾਰੀਆਂ ਨੇ। ਇਸਤਰੀ ਲਾ ਕੇ, ਸਿਗਰਟ ਲਾ ਕੇ ਵਾਲ। ਕਿੰਨੇ ਜਾਣੇ ਸਨ? ਕੱਲਾ ਸੀ ਹੋਰ ਵੀ ਸੀ? ਹੋਰ ਵੀ ਹੈ ਨੇ ਨਾਲ। ਤੇ ਉਹਨਾਂ ਨੇ ਕੈਸਰ ਦਾ ਭਰਾ ਹੈ, ਰਫਾਕਤ ਉਹਦਾ ਭਰਾ ਨਾਲ। ਤੇ ਉਹਨਾਂ ਨੇ ਬੜੀ ਪੂਰਾ ਕੀਤਾ। ਧੀਆਂ ਵਿਆਹੀਆਂ ਜਾਂਦੀਆਂ ਨੇ ਤੇ ਧੀਆਂ ਦੇ ਨਸੀਬ ਤੇ ਨਹੀਂ ਲਿਖੇ ਜਾਂਦੇ। ਮਾਂ ਪਿਓ ਤੇ ਇਹੀ ਕਰਦੇ ਨੇ ਕਿ ਮੈਂ ਅਸੀਂ ਧੀ ਵਿਆਹਤੀ ਏ। ये जी दुख बड़ी दास्तान है कि देवर जो है भाई के कत्ल होने के बाद इल्जाम लगाता है अपनी भाभी के ऊपर और बच्चों का लालच देकर उसको लेके जाता है और मुबैना तौर पर ज्यादती तो करता ही करता है। उसके कान, उसकी जुबान और जो है उसके होंठ वो काट दिए जाते हैं। कैसा दरिंदा शख्स है वो, कौन है ये? और ये 7 ਗੋਲੀਆਂ ਮਾਰੀਆਂ ਤੇ ਸਿਰ ਤੇ ਛਾਤੀ 'ਚ, ਬੱਬੂ 'ਚ 2 ਸਿਰ 'ਚ। ਮੇਰੀ ਬੇਟੀ ਦਾ ਕੋਈ ਹਾਲ ਨਹੀਂ। ਤੁਹਾਨੂੰ ਦੱਸਿਆ, ਮੈਂ ਵੇਖਿਆ ਨਹੀਂ ਸੀ ਜਾਂਦਾ। ਮਾਰ ਮਾਰ ਚਪੇੜਾ ਮੇਰੀ ਧੀ ਦਾ ਮੂੰਹ ਪਤਾ ਨਹੀਂ ਕਿਸ ਤਰ੍ਹਾਂ ਦੀ ਸ਼ਕਲ ਮਤਲਬ ਬਦਲ ਦਿੱਤੀ ਸੀ ਉਹਦੇ। ਇਹਨਾਂ ਜ਼ੁਲਮ ਕੀਤਾ ਉਸ ਬੰਦੇ ਨੇ। ਬੰਦਾ ਕਾਹਦਾ ਉਹਦੇ ਜ਼ਾਲਾ ਨੂੰ ਦਰਿੰਦਾ ਹੈ। ਇਹਨੇ ਮੇਰੀ ਬੱਚੀ ਦਾ ਇਹ ਹਾਲ ਕੀ ਹੁਣ ਕੀ ਇਸ ਟਾਈਮ ਕੀ ਹਾਲਾਤ ਨੇ? ਫੋਟ ਹੋ ਗਈ ਏ। ਉਹ ਕੱਲਿਆਂ ਨੇ ਮਾਰ ਕੇ 7 ਗੋਲੀਆਂ ਜਿਹਨੂੰ ਵੱਜਣੀਆਂ ਨੇ ਜਿੰਦਾ ਰਹਿਣਾ ਸੀ। ਜਿਹਦੀ ਮੁਕੱਦਮਾ ਤੇ ਦਰਜ ਹੋਇਆ 365 ਦਾ ਮੁਕੱਦਮਾ ਸੀ ਵੇਖਿਆ ਵੇ। 302 ਨਹੀਂ ਲੱਗੀ ਹਲੇ। ਆ ਹੁਣ ਪਰਚਾ ਹੋਇਆ। ਅੱਛਾ, ਹੁਣ ਪਰਚਾ ਹੋਇਆ। 302 ਹੁਣ ਲਾਈਏ, यानी कि ਤੁਸੀਂ ਕਰਵਾਇਆ ਸੀ ਅਗਵਾ ਦਾ ਪਰਚਾ कि साड़ी कुड़ी अगवा कर ली थी। हाँ, ठीक हो गया जी। अगवा का पर्चा जो है वो हमारे पास आया, वो 365 का मुकदमा दर्ज हुआ। लेकिन उसके बाद 376 और 302 उसमें जो है वो लग चुकी है, FIR दर्ज हो चुकी है। अच्छा, ताड़े मुलजिमान फड़ेगे? कोई नहीं फड़ेगे। नहीं, अजे नहीं फड़ेगे। अजे मतलब हां तो नस गए ने, घरों नस गए ने ना। तारे मार गए ने, रिश्तेदार भी उन्हां दे सारे ही घर, कोई नहीं है। हां जी, वेखिया नहीं सी कि किहो जे लोग ने, कोई अपने सन गैर सन है? ये गैर सन। ये किन्ने कराया रिश्ता? पिंड वाली सी कोई बीबी साडी। ਤੇ ਤੁਸੀਂ ਵੇਖਿਆ ਨਹੀਂ, ਪਤਾ ਕਰਨਾ ਸੀ ਕਿਹੋ ਜਿਹਾ ਬੰਦਾ ਹੈਗਾ, ਕਿਸ ਤਰ੍ਹਾਂ ਦਾ ਮਾਮਲਾ ਹੈ। ਭਾਈ ਮੇਰਾ ਬਹੁਤ ਅੱਛਾ ਸੀ, ਉਹਦਾ ਕੋਈ ਮੁੱਲ ਨਹੀਂ ਸੀ। ਆ ਜਿਹੜਾ ਦਰਿੰਦਾ ਚੋਰ ਡਗੇਟ ਸੀ, ਇਹ ਲੜਾਈਆਂ ਝਗੜੇ ਲੋਕਾਂ ਨਾਲ ਕਰਦਾ ਸੀ। ਮੇਰਾ ਮੁੰਸ਼ੀ ਸੀ, ਮੇਰਾ ਜਵਾਈ ਆਸ ਫਰੋਦਰ ਕਚਹਿਰੀ ਚ ਮੁੰਸ਼ੀ ਸੀ। ਉਹ ਬਹੁਤ ਅੱਛਾ ਸੀ।
ਇਸ ਥਾਣੇ ਵਾਲਿਆਂ ਨੇ ਸਾਡਾ ਬੜਾ ਕੰਮ ਕੀਤਾ ਹੈ, ਅੱਛਾ। ਸਾਡੇ ਨਾਲ ਉਹ ਬਹੁਤ ਅੱਛਾ ਤੁਰੇ ਨੇ, ਸਾਡੇ ਨਾਲ ਜੋ ਵੀ ਉਹਨਾਂ ਨੇ ਸਾਨੂੰ ਕਹੇ ਨੇ, ਕੁੜੀ ਦਾ ਕੋਰਟ ਮਾਸਟਰ ਕਰਾਇਆ ਨੇ, ਸਾਨੂੰ ਖੜ ਕੇ ਇਹਨਾਂ ਨੇ ਸਾਨੂੰ ਸੁਣਿਆ, ਫਰੋਜ਼ ਵਾਲਿਆਂ ਨੇ ਸਾਡੀ ਗੱਲ ਕੋਈ ਨਹੀਂ ਮੇਰੀ ਸੁਣੀ, ਮੈਂ ਤਰਲੇ ਹੀ ਲੈਂਦੀ ਰਹੀ, ਉਹਨਾਂ ਆਖਿਆ ਕਦੀ ਤੇਰਾ ਪਰਚਾ ਕਿਤੇ, ਕਦੀ ਤੇਰਾ ਪਰਚਾ, ਮੇਰੇ ਨਾਲ ਇਸ ਤਰ੍ਹਾਂ ਕਰਦੇ ਰਹੇ ਨੇ ਉਹਨਾਂ ਨੇ। ਇਹ ਜਿਹੜੇ ਛਦਰੇ ਮਾਸਟਰ ਫੈਕਟਰੀ ਵਾਲੇ ਥਾਣਾ ਹੈ, ਇਹ ਬਹੁਤ ਅੱਛੇ ਤਰੀਕੇ ਨਾਲ ਮੇਰੀ ਦਰਖਾਸਤ ਵੀ ਲਿਖੀ ਗਈ, ਹੁਣ ਮੇਰਾ ਪਰਚਾ ਵੀ ਉਹਨਾਂ ਕੱਟਿਆ, ਹੁਣ ਮੈਨੂੰ ਪੇਸ਼ ਕਰਾਉਣ ਚੱਲੇ ਨੇ ਡੀਐਸਸੀ ਦੇ ਟਾਈਮ ਮੇਰੇ ਕੋਲ ਜਰਾ ਥੋੜਾ ਹੀ। ਹਾਂਜੀ ਮਾਂ ਜੀ, ਧੀਆਂ ਬੜੀਆਂ ਪਿਆਰੀਆਂ ਹੁੰਦੀਆਂ ਨੇ, ਬੜੀਆਂ ਪਿਆਰੀਆਂ ਹੁੰਦੀਆਂ ਨੇ, ਤੇ ਹੁਣ ਚਲੀ ਗਈ ਹੈ, ਬਾਕੀ ਮਾਵਾਂ ਨੂੰ ਕੀ ਮੈਸੇਜ ਦਿਓਗੇ ਜਿਹੜੀ ਮਾਵਾਂ ਜਿਹੜੀਆਂ ਇੰਜ ਵਿਚਾੜੇ? ਮੈਂ ਕੁਝ ਨਹੀਂ ਦੱਸ ਸਕਦੀ, ਧੀਆਂ ਦੇ ਨਸੀਬ ਮਾਂ ਕਿਸੇ ਨੇ ਨਹੀਂ ਵੇਖੇ, ਉਹ ਸੋਹਣਾ ਮਾਲਕ ਜਾਣਦਾ ਹੈ, ਮਾਪੇ ਧੀਆਂ ਦੀ ਸ਼ਾਦੀ ਕਰਦੇ ਨੇ ਅੱਛਾ ਵੀ ਕੀਤਾ ਵੇਖ ਕੇ, ਪਰ ਅੱਗੋਂ ਨਸੀਬ ਧੀਆਂ ਦੇ ਹੁੰਦੇ ਨੇ ਜੀ, ਇਹ ਨਹੀਂ ਕੋਈ ਲਿਖੇ ਨਸੀਬ ਨਹੀਂ ਵੇਖੇ ਮਾਂ ਕਿਸੇ ਨੇ। ਮਾਂ ਅੱਛਾ ਸੋਚਦੀ ਹੈ, ਅੱਛਾ ਸੋਚ ਕੇ ਕਰਦੀ ਹੈ, ਪਰ ਨਸੀਬ ਜਿਹੜੇ ਨੇ ਮਾਲਕ ਲਿਖਦਾ। ਤੁਹਾਡੇ ਮੁਲਜ਼ਮਾਨ ਜਿਹੜੇ ਇਹ ਫੜੇ ਜਾਂਦੇ ਇਹਨਾਂ ਨਾਲ ਕੀ ਹੋਣਾ ਚਾਹੀਦਾ? ਇਹਨਾਂ ਨਾਲ ਇਹਨੂੰ ਇੰਨੀ ਸਜ਼ਾ ਮਿਲਣੀ ਚਾਹੀਦੀ ਜਿਸ ਤਰ੍ਹਾਂ ਮੇਰੀ ਬੱਚੀ ਨਾਲ ਉਹਨੇ ਕੀਤਾ ਨਾ, ਇਸ ਤਰ੍ਹਾਂ ਹੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਹ ਜੋ ਮੇਰੀ ਬੱਚੀ ਨਾਲ ਹੋਇਆ ਮੈਂ ਨਹੀਂ, ਇਹਦੇ ਨਾਲ ਵੀ ਉਸ ਤਰ੍ਹਾਂ ਹੀ ਹੋਵੇ। ਸੀਐਮ ਸਾਹਿਬਾ ਕਹਿੰਦੇ ਨੇ ਮੇਰੀ ਰੈੱਡ ਲਾਈਨ ਹੈ ਔਰਤਾਂ, ਤੇ ਰੈੱਡ ਲਾਈਨ ਕ੍ਰੋਸ ਕੀਤੀ ਗਈ ਹੈ, ਸੀਐਮ ਸਾਹਿਬਾ ਨੂੰ ਕੀ ਅਪੀਲ ਕਰਨਾ ਚਾਹੋਗੇ? ਉਹ ਮੈਨੂੰ ਮਰੀਮ ਨਵਾਜ਼ ਸਾਹਿਬਾ ਦੇ ਅੱਗੇ, ਹਾਂਜੀ ਮੇਰੀ ਮੈਂ ਦਰਖਾਸਤ ਹੈ ਮਰੀਮ ਨਵਾਜ਼ ਸਾਹਿਬਾ ਦੇ ਅੱਗੇ, ਵਜ਼ੀਰ ਆਲਾ ਇਹ ਇਨਸਾਫ ਦਿੰਦੇ ਨੇ ਲੋਕਾਂ ਨੂੰ, ਔਰਤਾਂ ਨੂੰ। ਮੈਂ ਦੇਖਿਆ, ਮੈਂ ਵੇਂਦੀ ਵੀ ਹੁੰਦੀ ਸਾਂ, ਪਰ ਉਹ ਵਕਤ ਮੇਰੇ ਤੇ ਆ ਗਿਆ, ਅੱਜ ਮੇਰੇ ਤੇ ਆ ਗਿਆ, ਤੇ ਮਰੀਮ ਨਵਾਜ਼ ਸਾਹਿਬਾ ਕੋਲ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਅੱਗੇ ਤੇ ਮੈਂ ਵੇਂਦੀ ਸਾਂ ਲੋਕਾਂ ਦਾ, ਤੇ ਹੁਣ ਮੇਰੇ ਤੇ ਆਪਣੇ ਤੇ ਆ ਗਿਆ ਚੱਕਰ। ये एक माँ है बेचारी, जिसकी बेटी जो है 29 साल, जिसके 4 बच्चे थे, उसको बड़ी बेरहमी के साथ ज्यादती करने के बाद कत्ल कर दिया गया है, और आज ये इंसाफ के लिए दर बदर के धक्के खा रही हैं, और अपील कर रही हैं कि हमें जो है हमारे मुलजिमान पकड़े जाएं, और जिस तरह मेरी बेटी के साथ इन्होंने किया है उसी तरह इन दरिंदों के साथ भी होना चाहिए। अपने मेजबान को दीजिए इजाजत, अल्लाह ने के बाद।